महिला राखवांकरण बिल लेकिन 2026 ਤੋਂ ਪਹਿਲੇ ਇਸ ਬਿੱਲ ਨੂੰ ਜ਼ਮੀਨੀ ਪੱਧਰ ਤੇ ਨਹੀਂ ਦੇਖਿਆ ਜਾ ਸਕਦਾ। UPA 1 UPA 2 ਦੋਨਾਂ ਦੇ ਵਿੱਚ ਇੱਕ ਰਣਨੀਤੀ ਬੜੀ ਜ਼ਬਰਦਸਤ ਸੀਗੀ ਔਰ ਇੱਥੇ ਤੱਕ ਕਿ UPA 1 ਦੇ ਹੀ ਕੁਝ ਮੈਂਬਰਾਂ ਨੇ ਜਾਂ UPA ਦੇ ਹੀ ਕੁਝ ਮੈਂਬਰਾਂ ਨੇ ਉਸ ਬਿੱਲ ਦੀ ਕਾਪੀ ਪਾੜ ਦਿੱਤੀ ਸੀਗੀ ਜਦ ਇਹ ਰਾਜ ਸਭਾ ਦੇ ਉਪ ਸਭਾਪਤੀ ਅੰਸਾਰੀ ਸਾਹਿਬ ਹਾਮਿਦ ਅੰਸਾਰੀ ਸਾਹਿਬ ਦੇ ਸਾਹਮਣੇ ਇਹ ਬਿੱਲ ਪੇਸ਼ ਕੀਤਾ ਗਿਆ। ਇਹ ਬਿੱਲ ਇੱਕ ਨਵੇਂ ਰੂਪ ਵਿੱਚ ਆਇਆ ਹੈ ਜਾਂ ਇਹ ਬਿੱਲ ਦਾ ਇੰਪਲੀਮੈਂਟੇਸ਼ਨ ਕਦੋਂ ਹੋਏਗਾ ਜਾਂ ਇਸ ਬਿੱਲ ਦੇ ਰਾਹੀਂ ਮਹਿਲਾ ਰਾਖਵਾਂਕਰਨ ਜਿਹੜਾ 33% ਹੈਗਾ ਉਹ ਬਿਲਕੁਲ ਪ੍ਰੈਕਟੀਕਲੀ ਪੋਸੀਬਲ ਹੋਏਗਾ। ਹਜੇ ਤੱਕ ਜਿੰਨੀ ਕੁ ਗੱਲਾਂ ਇਸ ਬਿੱਲ ਨੂੰ ਲੈ ਕੇ ਹੋਈਆਂ ਉਹਦੇ ਤੋਂ ਇਹ ਗੱਲ ਤੇ ਸਾਬਿਤ ਹੁੰਦੀ ਹੈ ਕਿ ਇਹ ਆਉਣ ਵਾਲੀ 5 ਸੂਬਿਆਂ ਦੀ ਚੋਣਾਂ ਦੇ ਵਿੱਚ 5 ਸੂਬਿਆਂ ਦੇ ਇਲੈਕਸ਼ਨਾਂ ਦੇ ਵਿੱਚ ਇਹ ਇੰਪਲੀਮੈਂਟ ਨਹੀਂ ਹੋ ਸਕਦਾ, ਨਾ ਹੀ 2024 ਦੇ ਵਿੱਚ ਇੰਪਲੀਮੈਂਟ ਹੋ ਸਕਦਾ। ਔਰ ਇਸ ਬਿੱਲ ਨੂੰ ਡੀਲਿਮਿਟੇਸ਼ਨ ਦੇ ਨਾਲ ਲਿੰਕ ਕਰਕੇ ਤੇ ਇਹ ਗੱਲ ਲਗਭਗ ਤੈਅ ਹੋ ਚੁੱਕੀ ਹੈ ਕਿ ਇਹ 2026 ਤੋਂ ਪਹਿਲੇ ਇਸ ਬਿੱਲ ਦੀ ਇੰਪਲੀਮੈਂਟੇਸ਼ਨ ਤੇ ਲਗਭਗ ਇੰਪੋਸੀਬਲ ਹੈਗੀ ਹੈ। ਪਹਿਲੇ ਸੈਂਸਸ ਹੋਏਗੀ, ਸੈਂਸਸ ਤੋਂ ਬਾਅਦ ਡੀਲਿਮਿਟੇਸ਼ਨ ਹੋਏਗੀ। ਸੈਂਸਸ ਦੀ ਵੀ ਹਜੇ ਤੱਕ ਤਾਰੀਖ ਨਹੀਂ ਅਪਣਾਈ ਗਈ ਔਰ ਡੀਲਿਮਿਟੇਸ਼ਨ ਕਦੋਂ ਹੋਏਗਾ ਉਹਦਾ ਜ਼ਿਕਰ 2026 ਦੇ ਤੌਰ ਤੇ ਹੁੰਦਾ ਤੇ ਹੈ, ਪਰ ਕਦੋਂ ਤੋਂ ਇਹ ਸਾਰੀ ਪ੍ਰਕਿਰਿਆ ਸ਼ੁਰੂ ਹੋਏਗੀ ਕਿਉਂਕਿ ਜਿਹੜੀ ਜਨਗਣਨਾ ਦੀ ਗੱਲ ਹੈਗੀ ਆ ਉਹ 2021 ਤੋਂ ਪੈਂਡਿੰਗ ਚੱਲ ਰਹੀ ਹੈ। ਅੱਜ ਆਪਾਂ 2023 ਤੇ ਹੁਣ 2024 ਦੇ ਵਿੱਚ ਐਂਟਰ ਕਰਨ ਵਾਲੇ ਹਾਂ। ਇੱਦਾਂ ਦੇ ਹਾਲਾਤ ਦੇ ਵਿੱਚ ਇਸ ਬਿੱਲ ਤੋਂ ਆਉਣ ਵਾਲੇ ਟਾਈਮ ਵਿੱਚ ਸਿਰਫ ਔਰ ਸਿਰਫ ਸਿਆਸਤ ਹੋ ਸਕਦੀ ਹੈ। ਬਿੱਲ ਦਾ ਇੰਪਲੀਮੈਂਟੇਸ਼ਨ, ਬਿੱਲ ਦਾ ਜ਼ਮੀਨੀ ਪੱਧਰ ਦੇ ਕੁਝ ਬਦਲਾਵ ਦੇ ਤੌਰ ਤੇ ਨਜ਼ਰ ਆਉਣਾ ਉਹ ਤੇ ਪੋਸੀਬਲ ਹੈ ਨਹੀਂ। ਪਰ ਇਸ ਬਿੱਲ ਨੂੰ ਲੈ ਕੇ ਕੀ ਸਪੈਸ਼ਲ ਸੈਸ਼ਨ ਬੁਲਾਏ ਜਾਣ ਦੀ ਲੋੜ ਸੀਗੀ ਜਾਂ ਇਹ ਬਿੱਲ ਆਪੋਜੀਸ਼ਨ ਦੀ ਮੰਗਾਂ ਦੇ ਉੱਤੇ ਆਧਾਰਿਤ ਹੈ? ਕਿਉਂਕਿ ਅੱਜ ਵੀ ਜਦ ਲੋਕ ਸਭਾ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਬਹਿਸ ਛੇੜੀ ਗਈ ਸੀ ਤੇ ਸੋਨੀਆ ਗਾਂਧੀ ਉਹਨਾਂ ਨੇ ਇਸ ਬਿੱਲ ਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਉਹਨਾਂ ਦੇ ਦਿਵੰਗਤ ਪਤੀ ਜਿਹੜੇ ਰਾਜੀਵ ਗਾਂਧੀ ਹੈ ਉਹਨਾਂ ਦਾ ਇੱਕ ਸੁਪਨਾ ਸੀਗਾ ਮਹਿਲਾ ਰਾਖਵੇਂਕਰਨ ਨੂੰ ਲੈ ਕੇ। महिला राखवांकरण बिल चर्चा चल रही है। नवजोत सिंह सिद्धू होरी ਇਹਦੇ ਤੇ ਕਰ ਰਿਹਾ ਟਿੱਪਣੀ। ਮੈਂ ਵਾਇਆ ਪੰਜਾਬ ਹੀ ਹੋ ਕੇ ਇਸ ਮਾਮਲੇ ਵੱਲ ਜਾਣਾ ਆ। ਮੈਨੂੰ ਥੋੜਾ ਜਿਹਾ ਵਕਤ ਪਾਤਾ ਕਿਉਂਕਿ ਟਿੱਪਣੀ ਉਹਨਾਂ ਦੀ ਹੈਗੀ ਅੰਗਰੇਜ਼ੀ 'ਚ ਤੇ ਮੇਰੀ ਲੱਲਾ ਭੱਬਾ ਜੀ ਹੈਗੀ ਅੰਗਰੇਜ਼ੀ। ਭਾਸਕਰ ਸਾਹਿਬ ਬਿਹਤਰ ਇਹਦੇ ਅਰਥ ਕੱਢ ਸਕਦੇ ਕਿ ਭਾਸਕਰ ਸਾਹਿਬ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਕਿ ਕੀ ਕਹਿੰਦੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਟਵੀਟ ਕੀਤਾ, ਦਾ ਵੂਮਨਸ ਰਿਜ਼ਰਵੇਸ਼ਨ ਬਿੱਲ ਬ੍ਰੌਡ ਯੈਸਟਰਡੇ ਪ੍ਰੋਮਿਸਡ ਏ ਟਰੱਕ ਲੋਡ gave nothing possible but not probable. The central government was like the mountain in labor pain, sending forth groans. There was much expectancy in the region and they laid forth a mouse. ਤੇ ਥੱਲੇ ਉਹਨਾਂ ਨੇ ਹੈਸ਼ਟੈਗ ਪਾਇਆ ਖੋਦਾ ਪਹਾੜ ਨਿਕਲੀ ਚੁਈਆ। ਦੇਖੋ ਇੱਕ ਗੱਲ ਜਜਮੈਂਟ ਜਦ ਵੀ ਆਉਂਦੀ ਹੈ ਜਾਂ ਕੋਰਟਾਂ ਦੀ ਲੈਂਗੁਏਜ ਦੇ ਵਿੱਚ ਕਹਿੰਦੇ ਨੇ ਕਿ ਜਸਟਿਸ ਡਿਨਾਈਡ ਇਜ਼ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਔਰ ਆ ਜਿਹੜਾ ਮਹਿਲਾ ਆਰਕਸ਼ਣ ਬਿੱਲ ਹੈ ਜਿਹਨੂੰ ਕਿਹਾ ਗਿਆ ਹੈ ਕਿ ਮਹਿਲਾ ਸ਼ਕਤੀ ਵੰਦਨ ਔਰ ਅਧਿਨਿਯਮ ਜਾਂ ਫਿਰ ਵਿਧੇਇਕ ਵੀ ਕਹਿ ਸਕਦੇ ਹਾਂ, ਇਹਦੇ ਵਿੱਚ ਨਵਾਂ ਕੀ ਹੈ? ਕਿਉਂਕਿ 1996 ਤੋਂ ਲਗਾਤਾਰ ਮਹਿਲਾ ਆਰਕਸ਼ਣ ਦੀ ਰਾਖਵੇਂਕਰਨ ਦੀ ਗੱਲ ਚੱਲ ਰਹੀ ਹੈ ਔਰ ਇਹ ਗੱਲ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਜਾਣਦੀ ਹੈ। ਜਦ 1996 ਦੇ ਵਿੱਚ ਇਹ ਗੱਲ ਤੁਰੀ ਸੀਗੀ ਤੇ ਉਸ ਤੋਂ ਬਾਅਦ ਕੀ ਕਾਰਨ ਸੀਗਾ ਕਿ ਇਹ ਰਾਜ ਸਭਾ ਦੇ ਵਿੱਚ ਭਾਵੇਂ 2010 ਦੇ ਵਿੱਚ ਇਹ ਬਿੱਲ ਪਾਸ ਹੋ ਗਿਆ, ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੋ ਪਾਇਆ। ਔਰ ਇਸ ਬਿੱਲ ਦੇ ਉੱਤੇ UPA 1 UPA 2 ਦੋਨਾਂ ਦੇ ਵਿੱਚ ਇੱਕ ਰਣਨੀਤੀ ਬੜੀ ਜ਼ਬਰਦਸਤ ਸੀਗੀ ਔਰ ਇੱਥੇ ਤੱਕ ਕਿ UPA 1 ਦੇ ਹੀ ਕੁਝ ਮੈਂਬਰਾਂ ਨੇ ਜਾਂ UPA ਦੇ ਹੀ ਕੁਝ ਮੈਂਬਰਾਂ ਨੇ ਉਸ ਬਿੱਲ ਦੀ ਕਾਪੀ ਪਾੜ ਦਿੱਤੀ ਸੀਗੀ ਜਦ ਇਹ ਰਾਜ ਸਭਾ ਦੇ ਉਪ ਸਭਾਪਤੀ ਅੰਸਾਰੀ ਸਾਹਿਬ ਹਾਮਿਦ ਅੰਸਾਰੀ ਸਾਹਿਬ ਦੇ ਸਾਹਮਣੇ ਇਹ ਬਿੱਲ ਪੇਸ਼ ਕੀਤਾ ਗਿਆ ਸੀ। ਹੁਣ ਉਸ ਤੋਂ ਬਾਅਦ ਇਹ ਬਿੱਲ ਇੱਕ ਨਵੇਂ ਰੂਪ ਵਿੱਚ ਆਇਆ ਜਾਂ ਇਹ ਬਿੱਲ ਦਾ ਇੰਪਲੀਮੈਂਟੇਸ਼ਨ ਕਦੋਂ ਹੋਏਗਾ ਜਾਂ ਇਸ ਬਿੱਲ ਦੇ ਰਾਹੀਂ ਮਹਿਲਾ ਰਾਖਵਾਂਕਰਨ ਜਿਹੜਾ 33% ਹੈਗਾ ਉਹ ਬਿਲਕੁਲ ਪ੍ਰੈਕਟੀਕਲੀ ਪੋਸੀਬਲ ਹੋਏਗਾ। ਹਜੇ ਤੱਕ ਜਿੰਨੀ ਕੁ ਗੱਲਾਂ ਇਸ ਬਿੱਲ ਨੂੰ ਲੈ ਕੇ ਹੋਈਆਂ ਉਹਦੇ ਤੋਂ ਇਹ ਗੱਲ ਤੇ ਸਾਬਿਤ ਹੁੰਦੀ ਹੈ ਕਿ ਇਹ ਆਉਣ ਵਾਲੀ 5 ਸੂਬਿਆਂ ਦੀ ਚੋਣਾਂ ਦੇ ਵਿੱਚ 5 ਸੂਬਿਆਂ ਦੇ ਇਲੈਕਸ਼ਨਾਂ ਦੇ ਵਿੱਚ ਇਹ ਇੰਪਲੀਮੈਂਟ ਨਹੀਂ ਹੋ ਸਕਦਾ, ਨਾ ਹੀ 2024 ਦੇ ਵਿੱਚ ਇੰਪਲੀਮੈਂਟ ਹੋ ਸਕਦਾ। ਔਰ ਇਸ ਬਿੱਲ ਨੂੰ ਡੀਲਿਮਿਟੇਸ਼ਨ ਦੇ ਨਾਲ ਲਿੰਕ ਕਰਕੇ ਤੇ ਇਹ ਗੱਲ ਲਗਭਗ ਤੈਅ ਹੋ ਚੁੱਕੀ ਹੈ ਕਿ ਇਹ 2026 ਤੋਂ ਪਹਿਲੇ ਇਸ ਬਿੱਲ ਦੀ ਇੰਪਲੀਮੈਂਟੇਸ਼ਨ ਤੇ ਲਗਭਗ ਇੰਪੋਸੀਬਲ ਹੈਗੀ ਹੈ। ਕਿਉਂਕਿ ਇਸ ਬਿੱਲ ਨੂੰ ਪਹਿਲੇ ਸੈਂਸਸ ਹੋਏਗੀ, ਸੈਂਸਸ ਤੋਂ ਬਾਅਦ ਡੀਲਿਮਿਟੇਸ਼ਨ ਹੋਏਗੀ। ਸੈਂਸਸ ਦੀ ਵੀ ਹਜੇ ਤੱਕ ਤਾਰੀਖ ਨਹੀਂ ਅਪਣਾਈ ਗਈ ਔਰ ਡੀਲਿਮਿਟੇਸ਼ਨ ਕਦੋਂ ਹੋਏਗਾ ਉਹਦਾ ਜ਼ਿਕਰ 2026 ਦੇ ਤੌਰ ਤੇ ਹੁੰਦਾ ਤੇ ਹੈ,
ਪਰ ਕਦੋਂ ਤੋਂ ਇਹ ਸਾਰੀ ਪ੍ਰਕਿਰਿਆ ਸ਼ੁਰੂ ਹੋਏਗੀ, ਕਿਉਂਕਿ ਜਿਹੜੀ ਜਨਗਣਨਾ ਦੀ ਗੱਲ ਹੈਗੀ ਆ ਉਹ 2021 ਤੋਂ ਪੈਂਡਿੰਗ ਚੱਲ ਰਹੀ ਹੈ। ਅੱਜ ਆਪਾਂ 2023 ਤੇ ਹੁਣ 2024 ਦੇ ਵਿੱਚ ਐਂਟਰ ਕਰਨ ਵਾਲੇ ਹਾਂ। ਐਦਾਂ ਦੇ ਹਾਲਾਤ ਦੇ ਵਿੱਚ ਇਸ ਬਿੱਲ ਤੋਂ ਆਉਣ ਵਾਲੇ ਟਾਈਮ ਵਿੱਚ ਸਿਰਫ ਔਰ ਸਿਰਫ ਸਿਆਸਤ ਹੋ ਸਕਦੀ ਹੈ। ਬਿੱਲ ਦਾ ਇੰਪਲੀਮੈਂਟੇਸ਼ਨ, ਬਿੱਲ ਦਾ ਜ਼ਮੀਨੀ ਪੱਧਰ ਦੇ ਕੁਝ ਬਦਲਾਵ ਦੇ ਤੌਰ ਤੇ ਨਜ਼ਰ ਆਉਣਾ ਉਹ ਤੇ ਪੋਸੀਬਲ ਹੈ ਨਹੀਂ। ਪਰ ਇਸ ਬਿੱਲ ਨੂੰ ਲੈ ਕੇ ਕੀ ਸਪੈਸ਼ਲ ਸੈਸ਼ਨ ਬੁਲਾਏ ਜਾਣ ਦੀ ਲੋੜ ਸੀਗੀ, ਜਾਂ ਇਹ ਬਿੱਲ ਆਪੋਜੀਸ਼ਨ ਦੀ ਮੰਗਾਂ ਦੇ ਉੱਤੇ ਆਧਾਰਿਤ ਹੈ? ਕਿਉਂਕਿ ਅੱਜ ਵੀ ਜਦ ਲੋਕ ਸਭਾ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਬਹਿਸ ਛੇੜੀ ਗਈ ਸੀ ਤੇ ਸੋਨੀਆ ਗਾਂਧੀ ਉਹਨਾਂ ਨੇ ਇਸ ਬਿੱਲ ਦਾ ਸਮਰਥਨ ਕਰਦੇ ਹੋਏ ਇਹ ਗੱਲ ਕਹੀ ਕਿ ਉਹਨਾਂ ਦੇ ਦਿਵੰਗਤ ਪਤੀ ਜਿਹੜੇ ਰਾਜੀਵ ਗਾਂਧੀ ਹੈ ਉਹਨਾਂ ਦਾ ਇੱਕ ਸੁਪਨਾ ਸੀਗਾ ਮਹਿਲਾ ਰਾਖਵੇਂਕਰਨ ਨੂੰ ਲੈ ਕੇ। ਕੱਲਾ ਇੱਥੋਂ ਤੱਕ ਨਹੀਂ ਹੈ ਭਾਸਕਰ ਸਾਹਿਬ, ਜਿੱਦਣ ਪੁਰਾਣੀ ਸੰਸਦ ਦੇ ਵਿੱਚ ਇਹ ਇਜਲਾਸ ਸ਼ੁਰੂ ਹੋਇਆ, ਜਦੋਂ ਅਧੀਰ ਰੰਜਨ ਚੌਧਰੀ ਬੋਲਦੇ ਆ, ਸੋਨੀਆ ਗਾਂਧੀ ਜਦੋਂ ਉਹ ਕਾਫੀ ਕੁਝ ਬੋਲ ਚੁੱਕੇ ਸੀ ਔਰ ਬਕਾਇਦਾ ਉਹਨਾਂ ਨੂੰ ਕਹਿੰਦੇ ਆ ਮਹਿਲਾ ਰਾਖਵੇਂਕਰਨ ਤੇ ਬੋਲੋ, ਮਹਿਲਾ ਰਾਖਵੇਂਕਰਨ ਦੀ ਮੰਗ ਕਰੋ, ਔਰ ਅਧੀਰ ਰੰਜਨ ਚੌਧਰੀ ਕਹਿੰਦੇ ਕਿ ਸਰਕਾਰ ਇਸ ਸੈਸ਼ਨ 'ਚ ਲੈ ਕੇ ਆਵੇ, ਮੰਗ ਵੀ ਰੱਖਦੇ ਆ। ਮੰਗ ਵੀ ਉਹਨਾਂ ਨੇ ਰੱਖੀ। ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਜੇ ਸਪੈਸ਼ਲ ਸੈਸ਼ਨ ਬੁਲਾਏ ਜਾਣ ਤੋਂ ਪਹਿਲੇ ਇੰਡੀਆ ਦਾ ਨਾਂ ਭਾਰਤ ਕਰ ਦੇਣਗੇ, ਵਨ ਨੇਸ਼ਨ ਵਨ ਪੋਲ ਦੀ ਗੱਲਾਂ ਹੋਈਆਂ, ਮਹਿਲਾ ਰਾਖਵਾਂਕਰਨ ਦਾ ਬਿੱਲ ਇਸ ਸੈਸ਼ਨ ਦੇ ਵਿੱਚ ਪੇਸ਼ ਕੀਤਾ ਜਾਏਗਾ, ਨਾ ਤਾਂ ਕਦੀ ਏਜੰਡੇ ਦੇ ਵਿੱਚ ਸੀਗਾ। ਔਰ ਤੁਹਾਨੂੰ ਯਾਦ ਹੋਏਗਾ ਜਿਹੜੇ ਪ੍ਰਫੁੱਲ ਪਟੇਲ ਹੈਗੇ ਨੇ ਰਾਜਿਆ ਮੰਤਰੀ, ਉਹਨਾਂ ਨੇ ਇੱਕ ਵਾਰ ਤੇ ਪ੍ਰਧਾਨ ਮੰਤਰੀ ਦਾ ਥੈਂਕਸ ਕਰਤਾ ਸੀ ਟਵਿੱਟਰ ਦੇ ਰਾਹੀਂ ਕਿ ਵੀ ਅਸੀਂ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਮਹਿਲਾ ਆਰਕਸ਼ਣ ਬਿੱਲ ਦੇ ਉੱਤੇ ਸਹਿਮਤੀ ਬਣਾਈ ਹੈ ਉਹਨਾਂ ਨੇ ਜੀ। ਪਰ ਅੱਧੇ ਪੌਣੇ ਘੰਟੇ ਬਾਅਦ ਉਹ ਟਵੀਟ ਡਿਲੀਟ ਵੀ ਕਰਤਾ ਸੀਗਾ। ਟਵੀਟ ਨੂੰ ਕਰਨਾ ਔਰ ਉਹਨੂੰ ਡਿਲੀਟ ਕਰਨਾ ਉਹਦੇ ਇੱਕ ਤਰੀਕੇ ਨਾਲ ਕਨਫਿਊਜ਼ਨ ਜਿਹਾ ਕ੍ਰੀਏਟ ਕਰ ਰਿਹਾ ਸੀ ਵੀ ਆਏਗਾ ਵੀ ਨਹੀਂ ਆਏਗਾ। ਆ ਗਿਆ, ਲੇਕਿਨ 2026 ਤੋਂ ਪਹਿਲੇ ਇਸ ਬਿੱਲ ਨੂੰ ਜ਼ਮੀਨੀ ਪੱਧਰ ਤੇ ਨਹੀਂ ਦੇਖਿਆ ਜਾ ਸਕਦਾ। ਨਾਲ ਦੇ ਨਾਲ ਇਹ ਵੀ ਗੱਲਾਂ ਆਈਆਂ ਔਰ ਪੀ ਚਿਦੰਬਰਮ ਉਹਨਾਂ ਨੇ ਤੇ ਚੇਚੇ ਤੌਰ ਤੇ ਇਹ ਗੱਲ ਕਹੀ ਹੈ ਕਿ ਵੀ ਇਹ ਕਿੱਦਾਂ ਦਾ ਬਿੱਲ ਕਦੋਂ ਇੰਪਲੀਮੈਂਟ ਹੋਏਗਾ, ਔਰ ਉਹਨਾਂ ਨਾਲ ਇਹਨੂੰ ਲਿੰਕ ਕੀਤਾ ਗਿਆ ਜਿਨ੍ਹਾਂ ਦੀ ਡੇਟਾ, ਖਾਸ ਕਰਕੇ ਜਨਗਣਨਾ ਦੀ ਡੇਟਾ ਤੇ ਡੀਲਿਮਿਟੇਸ਼ਨ ਦਾ ਪ੍ਰੋਸੈਸ ਕਦੋਂ ਸ਼ੁਰੂ ਹੋਏਗਾ ਹਜੇ ਤੱਕ ਤੈਅ ਨਹੀਂ ਕੀਤਾ ਗਿਆ। ਤੇ ਇੱਦਾਂ ਦੇ ਮਾਮਲੇ ਦੇ ਵਿੱਚ ਸਪੈਸ਼ਲ ਸੈਸ਼ਨ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਆਉਣ ਦੀ ਕੀ ਲੋੜ ਸੀਗੀ? ਇਹ ਸਵਾਲ ਭਾਵੇਂ ਕਾਂਗਰਸ ਨੇ ਨਾ ਉਠਾਇਆ ਹੋਏ, ਭਾਵੇਂ ਭਾਜਪਾ ਨੇ ਇਸ ਸਵਾਲ ਨੂੰ ਨਾ ਉਠਾਇਆ ਹੋਏ, ਲੇਕਿਨ ਐਜ਼ ਏ ਲੇਮੈਨ ਵੋਟਰਾਂ ਦੇ ਦਿਲਾਂ ਦੇ ਵਿੱਚ, ਲੋਕਾਂ ਦੇ ਦਿਲਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦੇ ਉੱਤੇ ਹੁਣ ਸਪੋਜ਼ ਇਹ ਬਿੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਹੋ ਜਾਂਦਾ ਔਰ ਉਸ ਤੋਂ ਬਾਅਦ 2024 ਦੇ ਵਿੱਚ ਸਰਕਾਰ ਚੇਂਜ ਹੋ ਜਾਂਦੀ ਹੈ। ਜਦ ਪਹਿਲੇ ਰਾਜ ਸਭਾ ਦੇ ਵਿੱਚ ਵੀ 2010 ਵਿੱਚ ਪਾਸ ਹੀ ਹੋਇਆ ਸੀ ਨਾ, ਉਸ ਤੋਂ ਬਾਅਦ ਜਦ ਲੋਕ ਸਭਾ ਔਰ ਰਾਜ ਸਭਾ ਭੰਗ ਹੋ ਜਾਂਦੀ ਹੈ, ਨਵੀਂ ਰਾਜ ਸਭਾ ਦੇ ਸਦੱਸਿਆ ਆਉਂਦੇ ਤੇ ਉਹ ਬਿੱਲ ਲੈਪਸ ਹੋ ਜਾਂਦਾ। ਕਿਤੇ ਇਸ ਬਿੱਲ ਨੂੰ ਵੀ ਇਸ ਕਰਕੇ ਇਹਨਾਂ ਲੈਪਸ ਡਿਕਲੇਅਰ ਕਰ ਦਿੱਤਾ ਜਾਏ ਕਿ 2024 ਤੋਂ ਬਾਅਦ ਨਵੀਂ ਸਰਕਾਰ ਆਈ। ਨਹੀਂ, ਉੱਥੇ ਉਹ ਇੱਕ ਸਮੱਸਿਆ ਵੀ ਇਹ ਵੀ ਰਹਿਣੀ ਹੈ ਨਾ ਕਿ ਇਹ ਪ੍ਰੋਸੈਸ ਅੱਗੇ ਵੀ ਤੁਰ ਜਾਣਾ ਆ। ਉਹ ਉਸ ਸਮੇਂ ਕੱਲਾ ਰਾਜ ਸਭਾ ਦੇ ਵਿੱਚ ਹੀ, ਵੈਸੇ ਵੀ ਆਪਾਂ ਮੰਨ ਕੇ ਚੱਲਦੇ ਹਾਂ ਕਿ ਕੋਈ ਬਿੱਲ ਜਦ ਤੱਕ ਦੋਨਾਂ ਸਦਨਾਂ 'ਚ ਨਾ ਪਾਸ ਹੋਇਆ ਹੋਵੇ ਤਦ ਤੱਕ ਉਹ ਕਾਨੂੰਨ ਵਾਲੀ ਸ਼ਕਲ ਅਖਤਿਆਰ ਕਰਨ ਵੱਲ ਤੁਰਦਾ ਵੀ ਨਹੀਂ ਆ। ਇਹ ਵੀ ਹੈ, ਇਹ ਹੁਣ ਦੋਨੋਂ ਪਾਸੇ ਪਾਸ ਕਰਕੇ ਰਾਸ਼ਟਰਪਤੀ ਤੋਂ ਮੋਹਰਾਂ ਲਵਾ ਕੇ ਨਾਰਮਲ ਬਿੱਲ ਦਾ ਜਸਵੀਰ ਜੀ ਪ੍ਰੋਸੈਸ ਹੁੰਦਾ ਹੈ ਕਿ ਰਾਜ ਸਭਾ ਲੋਕ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੂੰ ਦੀ ਕੰਸੈਂਟ ਵਾਸਤੇ ਜਦੋਂ ਇਹ ਬਿੱਲ ਕਾਨੂੰਨ ਦੇ ਰੂਪ ਲੈਂਦਾ ਤੇ ਉਹ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਬਿੱਲ ਕੋਈ ਵੀ ਕਾਨੂੰਨ ਬਣ ਜਾਂਦਾ। ਬਿਲਕੁਲ। ਪਰ ਇਹ ਜਿਹੜਾ ਮਹਿਲਾ ਰਾਖਵਾਂਕਰਨ ਦਾ ਬਿੱਲ ਹੈਗਾ ਇਹ ਤਦ ਤੱਕ ਪਾਸ ਨਹੀਂ ਮੰਨਿਆ ਜਾਏਗਾ ਜਦ ਤੱਕ ਕਿ ਵਿਧਾਨ ਸਭਾ ਘੱਟ ਤੋਂ ਘੱਟ 50% ਉਹਨਾਂ ਦੇ ਕੋਲ ਹੈਗੀਆਂ 16 ਸੂਬਿਆਂ 'ਚ ਉਹਨਾਂ ਦੀ ਸਰਕਾਰ ਰਲ ਮਿਲ ਕੇ ਹੈਗੀ, ਪ੍ਰਕਿਰਿਆ ਪੂਰੀ ਕਰਨੀ ਪਏਗੀ। ਉਸ ਤੋਂ ਇਲਾਵਾ ਫਿਰ ਡੀਲਿਮਿਟੇਸ਼ਨ ਦੀ ਰਿਪੋਰਟ ਹੈਗੀ ਹੈ ਔਰ ਉਸ ਤੋਂ ਪਹਿਲੇ ਸੈਂਸਸ। ਇਹ ਸਾਰੀ ਗੱਲਾਂ ਦੇ ਰਾਹੀਂ ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ 2024 ਦੇ ਵਿੱਚ ਅਗਰ ਕੋਈ ਸਰਕਾਰ ਚੇਂਜ ਹੋ ਜਾਂਦੀ ਹੈ ਤਦ ਵੀ ਇਸ ਬਿੱਲ ਦੀ ਸਥਿਤੀ ਜਿਉਂ ਦੀ ਤਿਉਂ 2026 ਤੱਕ ਅਸਲ ਦੇ ਵਿੱਚ ਇਹ ਮੈਨੂੰ ਲੱਗਦਾ ਕਿ ਇਹ ਬਿੱਲ ਇਸ ਕਰਕੇ ਨਹੀਂ ਹੈ ਕਿ ਔਰਤਾਂ ਦੀ ਬਹੁਤ ਫਿਕਰ ਹੈ ਤੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ। ਜੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਸਾਡੀਆਂ ਪੋਲੀਟੀਕਲ ਪਾਰਟੀਆਂ ਦੀ ਐਡੀ ਇੱਛਾ ਹੁੰਦੀ ਤਾਂ ਅੱਜ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੀਆਂ ਉਹ ਔਰਤਾਂ ਦੀ ਭਰਮਾਰ ਆਲਰੇਡੀ ਹੋਣੀ ਸੀਗੀ। ਉਹ ਟਿਕਟਾਂ ਉਹਨਾਂ ਨੂੰ ਆਲਰੇਡੀ ਦਿੱਤੀਆਂ, ਲੋੜ ਨਹੀਂ ਪੈਣੀ ਸੀਗੀ ਇਹ ਰਿਜ਼ਰਵੇਸ਼ਨ ਲਿਆਉਣ ਦੀ। ਔਰ ਦੂਜੀ ਜਿਹੜੀ ਗੱਲ ਤੁਸੀਂ ਕਹਿੰਦੇ ਕਿ 15 ਸਾਲ ਲਈ ਰਿਜ਼ਰਵੇਸ਼ਨ ਹੋਏਗੀ, ਇਹ ਸਾਡਾ ਮੁਲਕ ਇਹੋ ਜਿਹਾ ਜਿਹੜੀ ਚੀਜ਼ ਇੱਥੇ ਆ ਜਾਂਦੀ ਛੇਤੀ ਕਿਤੇ ਜਾਂਦੀ ਨਹੀਂ ਹੈ। 10 ਸਾਲ ਲਈ ਸੀ ਰਾਖਵਾਂਕਰਨ, ਵੈਸੇ ਵੀ ਤਾਂ ਅਨੁਸੂਚਿਤ ਜਾਤੀਆਂ ਲਈ, ਐਸਸੀ ਭਾਈਚਾਰੇ ਲਈ 10 ਸਾਲ ਹੀ ਸੀਗੀ, ਪਰ ਉਹ ਨਹੀਂ ਗਿਆ ਅਜੇ ਤੱਕ ਕੰਟੀਨਿਊ ਆ ਕਿਉਂਕਿ ਉਹਦੇ ਪੈਰਲਲ ਇੱਕ ਚੀਜ਼ ਰੱਖੀ ਗਈ ਕਿ ਜਦ ਤੱਕ ਸੋਸ਼ਲ ਰੂਪ ਦੇ ਵਿੱਚ ਇਹਨਾਂ ਨੂੰ ਅੱਗੇ ਨਹੀਂ ਲਿਆਂਦਾ ਜਾਂਦਾ ਤਦ ਤੱਕ ਇਹ ਰਾਖਵਾਂਕਰਨ ਵੀ ਰਹੇਗਾ, ਸਗੋਂ ਹੋਰ ਵੱਧਦਾ ਜਾ ਰਿਹਾ ਇਹ। ਪਰ ਜਦ ਅਸੀਂ ਸੰਵਿਧਾਨ ਦੇ ਵਿੱਚ ਸੋਸ਼ਲ ਰੂਪ ਯਾਨੀ ਸਮਾਜਵਾਦੀ ਪਾਲਿਸੀ ਨੂੰ ਡਿਲੀਟ ਕਰ ਦਿੰਦੇ ਹਾਂ ਤੇ ਆਪਾਂ ਜਾ ਕਿਸ ਪਾਸੇ ਰਹੇ ਹਾਂ? ਇੱਕ ਪਾਸੇ ਤੇ ਅਸੀਂ ਰਾਖਵਾ ਕਰ ਰਹੇ ਹਾਂ, ਮਹਿਲਾ ਸ਼ਕਤੀ ਨੂੰ ਵਧਾਉਣ ਦੀ ਗੱਲ ਕਰ ਰਹੇ ਹਾਂ ਜੀ, ਤੇ ਨਾਲ ਦੇ ਨਾਲ ਸੋਸ਼ਲ ਚੇਂਜਸ ਜਿਹੜੇ ਲੈ ਕੇ ਆਣੇ ਸੀ ਜਾਂ ਸੰਵਿਧਾਨ ਦੇ ਵਿੱਚੋਂ
ਨੌਨ ਅਲਾਈਨਮੈਂਟ ਕਹਿ ਲਓ ਜਾਂ ਧਰਮ ਨਿਰਪੇਖ ਕੰਟਰੀ ਨੂੰ ਲੈ ਕੇ ਕਹਿ ਲਓ, ਉਹ ਚੀਜ਼ ਹਟਾ ਰਹੇ ਹਾਂ ਔਰ ਇੱਕ ਚੀਜ਼ ਪਾ ਰਹੇ ਹਾਂ। ਇਹ ਇੱਕ ਆਪਣੇ ਆਪ ਵਿੱਚ ਇੱਕ ਆਇਰੋਨਿਕਲ ਚੀਜ਼ ਹੈਗੀ ਹੈ, ਕੰਟਰਾਡਿਕਟਰੀ ਚੀਜ਼ ਹੈਗੀ ਹੈ। ਪਰ ਚਲੋ ਇਸ ਮੁੱਦੇ ਦੇ ਉੱਤੇ ਜਦ ਸੰਸਦ ਅੱਗੇ ਵਧ ਰਹੀ ਹੈ, ਅੱਜ 20 ਤਰੀਕ ਹੈ, 20 ਤਰੀਕ ਦਾ ਪੂਰਾ ਦਿਨ ਲੋਕ ਸਭਾ ਦੇ ਵਿੱਚ ਜ਼ਰੂਰ ਅੱਜ ਪਾਸ ਹੋ ਜਾਏਗਾ, ਹੋ ਸਕਦਾ ਕੱਲ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਏ। ਔਰ ਇਸ ਸਪੈਸ਼ਲ ਸੈਸ਼ਨ ਦੇ ਦੌਰਾਨ ਵਿਮਨ ਰਿਜ਼ਰਵੇਸ਼ਨ ਬਿੱਲ ਦੇ ਉੱਤੇ ਦੋਨੋਂ ਸਦਨਾਂ ਦੇ ਪਾਸ ਕਰਨ ਤੋਂ ਬਾਅਦ ਰਾਸ਼ਟਰਪਤੀ ਤੋਂ ਬਾਅਦ ਵਿਧਾਨ ਸਭਾ ਤੋਂ, ਇਹ ਸਾਰਾ ਇੱਕ ਪ੍ਰੋਸੈਸ ਹੈਗਾ। ਉਸ ਪ੍ਰੋਸੈਸ ਦੀ ਗੱਲ ਅਸੀਂ ਕਰਕੇ ਹਟੇ ਹਾਂ, ਪਰ ਅਲਟੀਮੇਟਲੀ ਵਿਮਨ ਰਿਜ਼ਰਵੇਸ਼ਨ ਸਹੀ ਮਾਇਨੇ ਦੇ ਵਿੱਚ ਤਦੇ ਇੰਪਲੀਮੈਂਟ ਹੋ ਸਕਦਾ ਹੈ ਜਦ ਇਹ ਸੀਟਾਂ ਡੀਲਿਮਿਟੇਸ਼ਨ ਤੋਂ ਬਾਅਦ ਵਧਣਗੀਆਂ। ਗੱਲ ਮੁੜ ਕੇ ਸਾਰੀ ਉੱਥੇ ਆ ਜਾਂਦੀ ਹੈ। ਔਰ ਗੱਲ ਜਿੱਥੋਂ ਸ਼ੁਰੂ ਹੋਈ ਸੀ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉਸ ਟਵੀਟ ਦੇ ਵਿੱਚ ਵੀ ਇਹੀ ਗੱਲ ਲਿਖੀ ਹੈ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਵੀ ਆਹ ਬਿੱਲ ਇੰਪਲੀਮੈਂਟ ਹੋ ਗਿਆ, ਮਿਲਿਆ ਕੁਛ ਨਹੀਂ। ਔਰ ਗੱਲ ਆਪਾਂ ਪਹਾੜਾਂ ਦੀ ਮੂਨ ਦੀ ਕਰ ਰਹੇ ਹਾਂ, ਲੇਕਿਨ ਉਸ ਜ਼ਮੀਨੀ ਪੱਧਰ ਤੇ ਹਜੇ ਤੱਕ ਕੁਛ ਨਹੀਂ। ਪਰ ਮਹਿਲਾ ਸੁਰੱਖਿਆ ਜਿਹੜਾ ਬਿੱਲ ਹੈ, ਮਹਿਲਾ ਸ਼ਕਤੀ ਵੰਦਨ ਬਿੱਲ, ਉਹਨੂੰ ਜ਼ਰੂਰ ਨਵਜੋਤ ਸਿੰਘ ਸਿੱਧੂ ਨੇ ਵੀ ਹੁੰਗਾਰਾ ਭਰਿਆ, ਭਾਵੇਂ ਨਾ ਰਾਜ ਸਭਾ ਦੇ ਸਦੱਸਿਆ ਨਾ ਲੋਕ ਸਭਾ ਦੇ ਸਦੱਸਿਆ ਹੈਗੇ ਹੈ, ਪਰ ਗੱਲਾਂ ਉਹਨਾਂ ਨੇ ਇੱਕ ਕਵਿਤਾ ਦੇ ਰੂਪ ਵਿੱਚ ਹੀ ਕਹੀ ਹੈ, ਪਰ ਗੱਲਾਂ ਕੜਵੀ ਤੇ ਵਧੀਆ ਗੱਲਾਂ ਹੈਗੀ ਹੈ। ਕਾਰਨ ਕਿ ਇਹ ਪਾਸ ਹੋਣ ਦੇ ਬਾਵਜੂਦ ਵੀ 2026 ਤੋਂ ਪਹਿਲੇ ਵਿਮਨ ਰਿਜ਼ਰਵੇਸ਼ਨ ਦੇ ਉੱਤੇ ਸਾਨੂੰ ਗਰਾਊਂਡ ਲੈਵਲ ਤੇ ਕੁਝ ਵੀ ਦੇਖਣ ਨੂੰ ਨਹੀਂ ਮਿਲਣਾ। ਵੱਡੀ ਗੱਲ ਇਹ ਹੈ ਕਿ ਔਰਤਾਂ ਨੂੰ ਕੁਝ ਮਿਲੇ ਭਾਵੇਂ ਨਾ ਮਿਲੇ, ਅਜੇ ਬਥੇਰਾ ਲੰਬਾ ਸਮਾਂ ਪਿਆ ਇਹਦੇ ਅਸਲ ਹਕੀਕੀ ਰੂਪ 'ਚ ਜ਼ਮੀਨ ਤੇ ਆਉਣ ਦੇ ਲਈ। ਘੱਟੋ ਘੱਟ ਇੱਕ ਕਵਾਇਦ ਵਿੱਢ ਲਈ ਹੈ ਭਾਰਤੀ ਜਨਤਾ ਪਾਰਟੀ ਨੇ ਕਿ ਇਹਦਾ ਰੌਲਾ ਪਾ ਕੇ ਕਿ ਦੇਖੋ ਅਸੀਂ ਔਰਤਾਂ ਲਈ ਰਿਜ਼ਰਵੇਸ਼ਨ ਕਰਤੀ ਹੈ। ਉਹ ਅੱਧੀ ਆਬਾਦੀ ਦੀ ਵੋਟ ਆਪਣੇ ਪੱਖ 'ਚ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਜਦੋਂ ਆਪਾਂ ਰਿਕਾਰਡ ਵੀ ਦੇਖਦੇ ਹਾਂ ਤਾਂ ਰਿਕਾਰਡ ਵੀ ਬੋਲਦਾ ਹੈ ਕਿ ਸਾਲ 2014 ਦੇ ਵਿੱਚ ਜੇ ਔਰਤਾਂ ਦੀ ਭਾਜਪਾ ਨੂੰ ਪਾਈ ਗਈ ਵੋਟ 'ਚ ਹਿੱਸੇਦਾਰੀ ਦੇਖੀਏ ਤਾਂ ਲਗਭਗ 29% ਦੇ ਨੇੜੇ ਤੇੜੇ ਦੀ ਜਿਹੜੀ ਆ ਉਹ ਵੋਟ ਮਿਲਦੀ ਨਜ਼ਰ ਆਉਂਦੀ ਹੈ। ਫਿਰ 2019 ਦੇ ਵਿੱਚ 36% ਵੋਟ ਔਰਤਾਂ ਦੀ ਮਿਲੀ ਭਾਰਤੀ ਜਨਤਾ ਪਾਰਟੀ ਨੂੰ। ਤੇ ਜੇ ਯੂਪੀ ਦੇ ਵਿੱਚ ਗੱਲ ਕਰ ਲਈਏ 46% ਵੋਟਿੰਗ ਜਿਹੜੀ ਆ ਉਹ ਔਰਤਾਂ ਦੀ ਭਾਜਪਾ ਦੇ ਪੱਖ ਦੇ ਵਿੱਚ ਪਈ ਹੈ। ਤੇ ਜੇ ਇਹ ਪਰਸੈਂਟੇਜ ਇੰਨੀ ਗੱਲ ਕਰਨ ਨਾਲ ਵੱਧਦੀ ਹੈ ਤਾਂ ਫਿਰ ਦੇਖੀ ਜਾਊ ਅੱਗੇ 26 ਜਦੋਂ ਆਊਗਾ 26 ਦੇਖਾਂਗੇ, ਪਰ ਫਿਲਹਾਲ ਤਾਂ 24 ਦੇਖਣਾ ਆ। ਲੋਕ ਸਭਾ ਦੀਆਂ ਚੋਣਾਂ ਦੇਖਣੀਆਂ, ਧਿਆਨ ਤਾਂ ਉਹਦੇ ਤੇ ਫੋਕਸ ਕਰਨਾ। ਲਾਭ ਹੁੰਦਾ ਕਿੰਨਾ ਹੁੰਦਾ ਇਹ ਵਕਤ ਦੱਸੇਗਾ।